ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਜਿਹੜੇ ਵਿਅਕਤੀ ਕਰਜ਼ਾ ਲੈ ਕੇ ਉਹ ਕਰਜ਼ਾ ਮੋੜਦੇ ਨਹੀਂ ਆ ਤੇ ਇਸੇ ਨਾ ਮੋੜਨ ਕਰਕੇ ਉਹਨਾਂ ਦੀ ਦਰਗਾਹ ਦੇ ਵਿੱਚ ਕਿਹੋ ਜਿਹੀ ਸਜ਼ਾ ਉਹਨਾਂ ਨੂੰ ਪ੍ਰਾਪਤ ਹੁੰਦੀ ਆ, ਇਸ ਦੀ ਇੱਕ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਆਮ ਕਰਕੇ ਅਸੀਂ ਕੀ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਕਰਜ਼ਾ ਲੈ ਲੈਂਦੇ ਹਾਂ, ਪਰ ਜਦੋਂ ਕਰਜ਼ਾ ਮੋੜਨ ਦਾ ਸਮਾਂ ਆਉਂਦਾ ਹੈ ਤਾਂ ਉਸ ਟਾਈਮ ਅਸੀਂ ਕੁਤਾਹੀ ਵਰਤ ਦਿੰਦੇ ਹਾਂ, ਆਨੇ ਬਹਾਨੇ ਕਰਦੇ ਹਾਂ, ਬੜਾ ਕੁਛ ਕਰਦੇ ਹਾਂ। ਜਦ ਇਸ ਤਰ੍ਹਾਂ ਦੇ ਡਰਾਮੇ ਸ਼ੁਰੂ ਹੋ ਜਾਂਦੇ ਆ ਤੇ ਅਸੀਂ ਇਹ ਨਹੀਂ ਸੋਚਦੇ ਕਿ ਜਿਸ ਵਿਅਕਤੀ ਤੋਂ ਅਸੀਂ ਪੈਸੇ ਲੈ ਕੇ ਆਪਣਾ ਜਿਹੜਾ ਔਖਾ ਸਮਾਂ ਹੈਗਾ ਉਹ ਲੰਘਾਇਆ ਹੈਗਾ, ਉਸ ਵਿਅਕਤੀ ਨੇ ਪੈਸੇ ਪਤਾ ਨਹੀਂ ਕਿੰਨੀ ਮਿਹਨਤ ਦੇ ਨਾਲ ਇਕੱਠੇ ਕੀਤੇ ਆ, ਔਰ ਕਿਸ ਵਿਸ਼ਵਾਸ ਦੇ ਆਧਾਰ ਦੇ ਉੱਤੇ ਸਾਡੇ ਨੂੰ ਉਸ ਨੇ ਇਹ ਜਿਹੜੇ ਪੈਸੇ ਆ ਇਹ ਦਿੱਤੇ ਆ, ਔਰ ਅਸੀਂ ਪੈਸੇ ਲੈ ਕੇ ਫਿਰ ਉਹਦਾ ਕਰਜ਼ਾ ਨਾ ਮੋੜੀਏ ਤੇ ਫਿਰ ਦਰਗਾਹ ਦੇ ਵਿੱਚ ਸਾਨੂੰ ਕਿਹੋ ਜਿਹੀ ਸਜ਼ਾ ਪ੍ਰਾਪਤ ਹੁੰਦੀ ਆ, ਇਹ ਤਾਂ ਆਦਮੀ ਕੋਈ ਕਲਪਨਾ ਨਹੀਂ ਕਰ ਸਕਦਾ ਹੈਗਾ। ਅੱਜ ਇਸੇ ਹੀ ਵਿਸ਼ੇ ਦੇ ਉੱਤੇ ਦਾਸ ਆਪ ਸਾਰਿਆਂ ਦੇ ਨਾਲ ਇੱਕ ਐਸੀ ਘਟਨਾ ਦਾ ਜ਼ਿਕਰ ਕਰਦਾ ਹੈ, ਜਿਸ ਦੇ ਵਿੱਚ ਇੱਕ ਮਾਈ ਜਿਹਦਾ ਨਾਂ ਸੀ ਰੁਕਮਣੀ ਬਾਈ। ਇਹ ਜਿਹੜੀ ਰੁਕਮਣੀ ਬਾਈ ਮਾਈ ਹੋਈ ਹੈ ਨਾ, ਇਹ ਬੜੀ ਭਗਤ ਸੀਗੀ। ਇਹ ਸਾਧੂ ਸੰਤਾਂ ਦੀ ਸੇਵਾ ਕਰਦੀ ਹੁੰਦੀ ਸੀ, ਪਰ ਘਰ ਦੇ ਵਿੱਚ ਗਰੀਬੀ ਇੰਨੀ ਹੁੰਦੀ ਸੀਗੀ ਕਿ ਘਰ ਦੇ ਵਿੱਚ ਚਾਰ ਪਾਈ ਵੀ ਸੌਣ ਵਾਸਤੇ ਨਹੀਂ ਸੀ। ਇਸ ਕਰਕੇ ਇਹ ਥੱਲੇ ਭੁੰਜੇ ਆਮ ਹੀ ਜਿਹੜਾ ਸੀਗਾ ਛੋਟਾ ਜਿਹਾ ਬਿਸਤਰਾ ਵਿਛਾ ਕੇ ਉਹਦੇ ਉੱਤੇ ਸੌਂਦੀ ਸੀ, ਆਪਣਾ ਇਸ ਤਰ੍ਹਾਂ ਸਮਾਂ ਗੁਜ਼ਾਰਦੀ ਸੀ। ਪਰ ਸਾਧੂ ਸੰਤਾਂ ਦੀ ਸੇਵਾ ਦੇ ਵਿੱਚ ਆਪਣਾ ਨੇ ਜੀਵਨ ਪੂਰੀ ਤਰ੍ਹਾਂ ਸਮਰਪਿਤ ਕੀਤਾ ਸੀਗਾ। ਇਸ ਦੀ ਇਹ ਸੇਵਾ ਭਾਵਨਾ ਦੇਖ ਕੇ ਇਸ ਦੇ ਗੁਆਂਢ ਇੱਕ ਬੀਬੀ ਸੀ ਜਿਹਦਾ ਨਾਂ ਸੀ ਨਰਬਦਾ। ਇਹ ਜਿਹੜੀ ਨਰਬਦਾ ਬੀਬੀ ਸੀ, ਇਹ ਬੀਬੀ ਰੁਕਮਣੀ ਬਾਈ ਦੀ ਇਸ ਸੇਵਾ ਤੋਂ ਬੜੀ ਪ੍ਰਭਾਵਿਤ ਸੀ। ਉਹ ਮਨ ਦੇ ਵਿੱਚ ਸੋਚਦੀ ਸੀਗੀ ਕਿ ਰੁਕਮਣੀ ਬਾਈ ਦੀ ਜਿਹੜੀ ਆ ਨਾ ਕੁਛ ਜ਼ਿੰਦਗੀ 'ਚ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਆ, ਕਿਉਂਕਿ ਇਹਦੇ ਪਾਸ ਇੰਨਾ ਮਕਾਨ ਵੀ ਨਹੀਂ ਆ, ਇਹ ਆਸ਼ਰਮ ਦੇ ਵਿੱਚ ਰਹਿੰਦੀ ਆ, ਥੱਲੇ ਜ਼ਮੀਨ ਦੇ ਉੱਤੇ ਆਪਾਂ ਬਿਸਤਰਾ ਕਰਕੇ ਉੱਥੇ ਹੀ ਆਪਣੀ ਰਾਤ ਗੁਜ਼ਾਰਦੀ ਆ, ਬੜੀ ਤਰਸਯੋਗ ਹਾਲਤ ਆ। ਇਸ ਕਰਕੇ ਨਰਬਦਾ ਬਾਈ ਨੇ ਕੀ ਕੀਤਾ ਕਿ ਉਹਨਾਂ ਦੇ ਇੱਕ ਨਾਲ ਦੇ ਮੁਹੱਲੇ ਦੇ ਵਿੱਚ ਇੱਕ ਮਕਾਨ ਖਾਲੀ ਸੀਗਾ। ਤੇ ਇਹਨੇ ਉਹ ਮਕਾਨ ਖਾਲੀ ਦੇਖ ਕੇ ਫਿਰ ਉਸ ਮਕਾਨ ਖਾਲੀ ਵਾਲੇ ਮਾਲਕ ਦੇ ਨਾਲ ਗੱਲਬਾਤ ਕੀਤੀ ਤੇ ਉਹਨੇ ਇਹ ਜਿਹੜਾ ਮਕਾਨ ਖਾਲੀ ਪਿਆ ਸੀਗਾ ਪਰ ਸੀਗਾ ਬੰਦ, ਉਹਨੇ ਕੀ ਕੀਤਾ, ਬੜੇ ਸਸਤੇ ਕਰਜ਼ੇ ਦੇ ਉੱਤੇ ਇਹ ਜਿਹੜਾ ਮਕਾਨ ਸੀਗਾ ਇਹ ਕਿਰਾਏ 'ਤੇ ਦੇਣ ਵਾਸਤੇ ਨਰਬਦਾ ਬਾਈ ਦੇ ਨਾਲ ਸਹਿਮਤੀ ਪ੍ਰਗਟਾਤੀ। ਦੇਖੋ, ਜਿਹੜੀ ਨਰਬਦਾ ਬਾਈ ਸੀਗੀ ਉਹਨੇ ਉਹ ਮਕਾਨ ਜਿਹੜਾ ਸੀਗਾ ਉਹ ਕਿਰਾਏ 'ਤੇ ਲੈ ਲਿਆ ਤੇ ਫਿਰ ਰੁਕਮਣੀ ਬਾਈ ਨੂੰ ਆਖਿਆ ਕਿ ਮੈਂ ਤੇਰੇ ਵਾਸਤੇ ਇੱਕ ਮਕਾਨ ਕਿਰਾਏ 'ਤੇ ਲੈ ਆਇਆ ਹੈਗਾ ਅਤੇ ਤੂੰ ਇਸ ਤਰ੍ਹਾਂ ਕਰ, ਜਦੋਂ ਆਸ਼ਰਮ ਵਿੱਚ ਸਾਧੂ ਸੰਤਾਂ ਦੀ ਸਾਰਾ ਦਿਨ ਸੇਵਾ ਕਰਦੀ ਹਾਂ ਤਾਂ ਰਾਤ ਨੂੰ ਉਸ ਮਕਾਨ ਦੇ ਵਿੱਚ ਤੂੰ ਆਪਣੀ ਰਿਹਾਇਸ਼ ਰੱਖ ਅਤੇ ਤੂੰ ਕਿਰਾਏ ਦਾ ਫਿਕਰ ਨਹੀਂ ਕਰਨਾ, ਕਿਉਂਕਿ ਕਿਰਾਇਆ ਜਿਹੜਾ ਹੈਗਾ ਉਹ ਮੈਂ ਦਿੰਦੀ ਰਹਾਂਗੀ। ਚਲੋ, ਇਹਦੀ ਪ੍ਰੇਮ ਭਾਵਨਾ ਦੇਖ ਕੇ ਜਿਹੜੀ ਰੁਕਮਣੀ ਬਾਈ ਸੀ ਕਿ ਚੁੱਪ ਰਹੀ। ਤਾਂ ਫਿਰ ਜਿਹੜੀ ਸੀ ਨਰਬਦਾ ਬਾਈ ਨੇ ਕੀ ਕੀਤਾ, ਉਹ ਮਕਾਨ ਜਿਹੜਾ ਕਿਰਾਏ 'ਤੇ ਲਿਆ ਸੀਗਾ ਉਹ ਮਕਾਨ ਦੇ ਵਿੱਚ ਰੁਕਮਣੀ ਬਾਈ ਨੂੰ ਰਾਤ ਰਹਿਣ ਵਾਸਤੇ ਚਾਬੀਆਂ ਦੇ ਦਿੱਤੀਆਂ ਅਤੇ ਮਕਾਨ ਪੂਰੀ ਤਰ੍ਹਾਂ ਉਹਦੇ ਹਵਾਲੇ ਕਰ ਦਿੱਤਾ। ਉਹ ਰੁਕਮਣੀ ਬਾਈ ਜਦ ਰਾਤ ਮਕਾਨ ਰਹਿਣ ਵਾਸਤੇ ਉੱਥੇ ਗਈ ਤਾਂ ਪਹਿਲਾਂ ਤਾਂ ਉਹਨੇ ਉਸ ਮਕਾਨ ਦੀ ਸਫਾਈ ਕੀਤੀ ਅਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀਗਾ ਕਿ ਇਹ ਮਕਾਨ ਕਾਫੀ ਸਮੇਂ ਤੋਂ ਬੰਦ ਪਿਆ ਸੀਗਾ। ਉਸ ਤੋਂ ਬਾਅਦ ਰੁਕਮਣੀ ਬਾਈ ਨੇ 1-2 ਦਿਨ ਸਫਾਈ ਕੀਤੀ। ਸਫਾਈ ਕਰਨ ਤੋਂ ਬਾਅਦ ਫਿਰ ਸਮਾਨ ਲਿਆਂਦਾ, ਸਮਾਨ ਲਿਆ ਕੇ ਉਸ ਮਕਾਨ ਦੇ ਵਿੱਚ ਆਪਣਾ ਸਾਰਾ ਟਿਕਾ ਲਿਆ ਅਤੇ ਇਸ ਤਰ੍ਹਾਂ ਕਰਕੇ ਜਦ ਉਹਨੇ ਉੱਥੇ ਰਹਿਣਾ ਸ਼ੁਰੂ ਕੀਤਾ, ਜਦ ਪਹਿਲੀ ਰਾਤ ਹੋਈ ਤਾਂ ਰੁਕਮਣੀ ਬਾਈ ਜਿਹੜੀ ਸੀਗੀ ਜਦ ਇਸ਼ਨਾਨ ਕਰਨ ਵਾਸਤੇ ਰਾਤ ਨੂੰ ਉੱਠੀ ਅਤੇ ਉਹਨੇ ਕੀ ਦੇਖਿਆ ਕਿ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਮਕਾਨ ਦੇ ਅੰਦਰ ਕੋਈ ਨਾ ਕੋਈ ਜਿਹੜੀ ਹੋਰ ਇਸਤਰੀ ਹੈਗੀ ਆ, ਉਹਦੇ ਆਉਣ ਜਾਣ ਦੀ ਜਿਹੜੀ ਵਿੜਕ ਆ ਉਸ ਮਕਾਨ ਦੇ ਵਿੱਚ ਰੁਕਮਣੀ ਬਾਈ ਨੇ ਸੁਣਾਈ ਦਿੱਤੀ। ਜਦ ਰੁਕਮਣੀ ਬਾਈ ਨੇ ਸੁਣਾਈ ਦਿੱਤੀ, ਮਨ ਦੇ ਵਿੱਚ ਸੋਚਿਆ ਵੀ ਮਕਾਨ ਦੇ ਵਿੱਚ ਕਿਸੇ ਦੀ ਵਿੜਕ ਆ ਰਹੀ, ਆਉਂਦੇ ਜਾਂਦਾ, ਕੋਈ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕੋਈ ਇਨਸਾਨ ਇਸ ਮਕਾਨ ਦੇ ਅੰਦਰ ਘੁੰਮ ਰਿਹਾ ਹੈਗਾ। ਪਰ ਰੁਕਮਣੀ ਬਾਈ ਨੂੰ ਵਿੜਕ ਤਾਂ ਜ਼ਰੂਰ ਹੈ, ਪਰ ਮਨ ਦੇ ਵਿੱਚ ਸੋਚਿਆ ਵੀ ਚਲੋ ਹੋ ਸਕਦਾ ਹੈਗਾ ਮੈਨੂੰ ਗਲਤੀ ਲੱਗੀ ਹੋਵੇ। ਪਰ ਜਦ ਰੁਕਮਣੀ ਬਾਈ ਇਸ਼ਨਾਨ ਕਰਕੇ ਆਪਣੇ ਬਾਥਰੂਮ 'ਚੋਂ ਬਾਹਰ ਨਿਕਲੀ ਤਾਂ ਉਹਨੇ ਕੀ ਦੇਖਿਆ ਕਿ ਵਾਕਿਆ ਹੀ ਮਕਾਨ ਦਾ ਜਿਹੜਾ ਮੇਨ ਡਰਾਇੰਗ ਰੂਮ ਸੀਗਾ ਉਹਦੇ ਵਿੱਚ ਇੱਕ ਬਹੁਤ ਹੀ ਡਰਾਉਣੀ ਸ਼ਕਲ ਦੀ ਇੱਕ ਔਰਤ ਜਿਹੜੀ ਸੀ ਉਹ ਖੜੀ ਸੀ। ਇਹ ਜਿਹੜੀ ਔਰਤ ਸੀਗੀ ਬਿਲਕੁਲ ਅਲਫ ਨੰਗੀ ਸੀਗੀ ਅਤੇ ਉਹਦੇ ਸਰੀਰ ਦੇ ਉੱਤੇ ਘੰਗਰਾਲੇ ਵਾਲ ਸੀਗੇ। ਜਦ ਰੁਕਮਣੀ ਬਾਈ ਨੇ ਇਸ ਔਰਤ ਨੂੰ ਦੇਖਿਆ ਅਤੇ ਫਿਰ ਇਸ ਨੂੰ ਦੇਖ ਕੇ ਰੁਕਮਣੀ ਬਾਈ ਦੇ ਅੰਦਰ ਥੋੜ੍ਹਾ ਜਿਹਾ ਜਿਹੜਾ ਸੀ ਉਹ ਭੈ ਪੈਦਾ ਹੋਇਆ ਵੀ ਮਕਾਨ ਦੇ ਅੰਦਰ ਮੈਂ ਇਕੱਲੀ ਹਾਂ ਅਤੇ ਇਹ ਜਿਹੜੀ ਔਰਤ ਹੈਗੀ ਆ ਬੜੀ ਡਰਾਉਣੀ ਸ਼ਕਲ ਦੀ ਔਰ ਬਿਲਕੁਲ ਅਲਫ ਨੰਗੀ ਅਵਸਥਾ ਵਿੱਚ ਕੌਣ ਹੋ ਸਕਦੀ ਆ।
ਪਹਿਲਾਂ ਤਾਂ ਰੁਕਣੀ ਬਾਈ ਉਹਦੇ ਵੱਲ ਤੱਕਦੀ ਰਹੀ, ਪਰ ਔਰਤ ਕੁਛ ਨਹੀਂ ਬੋਲੀ। ਪਰ ਅਖੀਰ ਰੁਕਣੀ ਬਾਈ ਜਿਹੜੀ ਸੀਗੀ ਮਨ ਦੇ ਵਿੱਚ, ਕਿਉਂਕਿ ਸਾਧੂ ਸੰਤਾਂ ਦੀ ਸੰਗਤ ਕਰਕੇ ਕੁਛ ਮਨ 'ਚ ਦਲੇਰੀ ਸੀ, ਉਹਨੇ ਰੱਬ ਦਾ ਨਾਂ ਧਿਆਇਆ ਅਤੇ ਉਹ ਖੜੀ ਔਰਤ ਦੇ ਸਾਹਮਣੇ ਆ ਗਈ ਅਤੇ ਕਹਿਣ ਲੱਗੀ ਕਿ ਹੇ ਮਾਤਾ ਤੂੰ ਕੌਣ ਆ। ਜਦ ਰੁਕਣੀ ਬਾਈ ਨੇ ਉਸ ਔਰਤ ਨੂੰ ਮਾਤਾ ਕਰਕੇ ਬੜੇ ਪਿਆਰ ਦੇ ਨਾਲ ਸੰਬੋਧਨ ਕੀਤਾ ਅਤੇ ਔਰਤ ਕਹਿਣ ਲੱਗੀ ਕਿ ਭੈਣੇ ਤੂੰ ਡਰ ਨਾ, ਮੈਂ ਤੈਨੂੰ ਦੱਸਦੀ ਮੈਂ ਕੌਣ ਆ। ਅਸਲ ਦੇ ਵਿੱਚ ਉਹ ਕਹਿਣ ਲੱਗੀ ਕਿ ਮੈਂ ਇੱਕ ਪ੍ਰੇਤਣੀ ਆ। ਜਦ ਇੰਨੀ ਗੱਲ ਹੋਈ ਤਾਂ ਰੁਕਣੀ ਬਾਈ ਕਹਿਣ ਲੱਗੀ ਕਿ ਤੁਸੀਂ ਇੱਕ ਪ੍ਰੇਤਣੀ ਆ ਅਤੇ ਤੁਸੀਂ ਕਿੱਥੋਂ ਆਏ, ਕਿੱਥੇ ਰਹਿੰਦੇ ਹੋ। ਕਹਿਣ ਲੱਗੀ ਕਿ ਮੈਂ ਇਸੇ ਮਕਾਨ ਦੇ ਵਿੱਚ ਰਹਿੰਦੀ ਹਾਂ ਅਤੇ ਇਸ ਕਰਕੇ ਮੇਰੀ ਜਿਹੜੀ ਪ੍ਰੇਤ ਜੂਨੀ ਆ ਉਹ ਬੜੀ ਭਿਆਨਕ ਹੈਗੀ ਆ ਅਤੇ ਇਹ ਜਿਹੜੀ ਮੇਰੀ ਦੁਰਦਸ਼ਾ ਹੈ ਨਾ, ਇਸ ਪ੍ਰੇਤ ਜੂਨੀ ਦੇ ਵਿੱਚ ਮੈਨੂੰ ਮਿਲਦੀ ਹੈਗੀ ਆ, ਇਹ ਨਾ ਸਹਿਣ ਕਰਨ ਦੇ ਯੋਗ ਹੈਗੀ ਆ। ਜਦ ਉਸ ਪ੍ਰੇਤਣੀ ਨੇ ਰੁਕਣੀ ਬਾਈ ਦੇ ਨਾਲ ਇਸ ਤਰ੍ਹਾਂ ਬਾਤ ਕੀਤੀ, ਫਿਰ ਰੁਕਣੀ ਬਾਈ ਦੇ ਮਨ ਦੇ ਵਿੱਚ ਥੋੜ੍ਹੀ ਦਲੇਰੀ ਆਈ। ਫਿਰ ਰੁਕਣੀ ਬਾਈ ਨੇ ਪੁੱਛਿਆ ਕਿ ਅਸਲ ਦੇ ਵਿੱਚ ਤੂੰ ਮੈਨੂੰ ਆਪਣੀ ਸਾਰੀ ਜਿਹੜੀ ਕਹਾਣੀ ਸੁਣਾ ਕੇ ਤੂੰ ਕੌਣ ਆ ਅਤੇ ਤੂੰ ਕਿਵੇਂ ਪ੍ਰੇਤ ਬਣੀ ਆ। ਤਾਂ ਫਿਰ ਉਸ ਔਰਤ ਨੇ ਰੁਕਣੀ ਬਾਈ ਨੂੰ ਦੱਸਿਆ ਸੀਗਾ ਕਿ ਮੈਂ ਇਸੇ ਹੀ ਮਹੱਲੇ ਦੇ ਵਿੱਚ ਰਹਿਣ ਵਾਲੀ ਇੱਕ ਸ਼ਾਂਤੀ ਬਾਈ ਹਾਂ ਅਤੇ ਉਹਨੇ ਦੱਸਿਆ ਸੀਗਾ ਕਿ ਮੈਂ ਬੜੀ ਭਜਨੀਕ ਸੀਗੀ। ਮੈਂ ਕਹਿੰਦੀ ਵੀ ਸਵੇਰੇ ਉੱਠ ਕੇ ਨਾ ਗੰਗਾ ਘਾਟ ਦੇ ਉੱਤੇ ਜਾਂਦੀ ਸੀ, ਜਾ ਕੇ ਇਸ਼ਨਾਨ ਕਰਦੀ ਸੀ। ਉਸ ਤੋਂ ਬਾਅਦ ਉਹਨੇ ਦੱਸਿਆ ਕਿ ਮੈਂ ਗਵਿਤਰੀ ਦਾ ਪਾਠ ਵੀ ਕਰਦੀ ਰਹੀ ਹਾਂ। ਇਸ ਤਰ੍ਹਾਂ ਮੈਂ ਹੋਰ ਜਿਹੜੇ ਗ੍ਰੰਥ ਸੀ, ਰਾਮਾਇਣ ਮਹਾਭਾਰਤ ਜਾਂ ਭਗਵਤ, ਇਸ ਤਰ੍ਹਾਂ ਜਿਹੜੇ ਗ੍ਰੰਥ ਵਾ ਕਹਿੰਦੀ ਮੈਂ ਪੜ੍ਹਦੀ ਰਹੀ ਹਾਂ। ਅਤੇ ਘਰ ਦੇ ਵਿੱਚ ਕਹਿੰਦੀ ਵੀ ਮੈਂ ਜਿਹੜੀ ਸੀਗੀ ਉਹ ਵਿਸ਼ਨੂੰ ਭਗਵਾਨ ਦੀ ਪੂਜਾ ਕਰਦੀ ਹੁੰਦੀ ਸੀਗੀ। ਇਸ ਤਰ੍ਹਾਂ ਕਰਦੇ ਕਰਦੇ ਮੇਰਾ ਜਿਹੜਾ ਜੀਵਨ ਸੀਗਾ ਉਹ ਬੜੇ ਸੁੱਖ ਆਰਾਮ ਦੇ ਨਾਲ ਚੱਲ ਰਿਹਾ ਸੀ। ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ। ਪਰ ਕਹਿੰਦੀ ਵੀ ਜਦੋਂ ਮੇਰਾ ਆਖਰੀ ਸਮਾਂ ਆਇਆ, ਜਦੋਂ ਮੈਂ ਮਰੀ ਹਾਂ, ਮਰਨ ਤੋਂ ਬਾਅਦ ਫਿਰ ਕਹਿੰਦੀ ਮੈਨੂੰ ਪ੍ਰੇਤ ਜੂਨੀ ਜਿਹੜੀ ਪ੍ਰਾਪਤ ਹੋ ਗਈ। ਜਦ ਉਹਨੇ ਇਹ ਗੱਲ ਕਹੀ ਤਾਂ ਰੁਕਣੀ ਬਾਈ ਜਿਹੜੀ ਸੀ ਬੜੀ ਹੈਰਾਨ ਹੋਈ। ਕਹਿਣ ਲੱਗੀ ਕਿ ਤੂੰ ਇੰਨੇ ਧਰਮ ਦੇ ਇਹ ਸਾਰੇ ਜਿਹੜੇ ਆ ਕਰਮਕਾਂਡ ਕੀਤੇ ਆ, ਗੰਗਾ ਇਸ਼ਨਾਨ ਵੀ ਜਾਂਦੀ ਆ, ਗਵਿਤਰੀ ਦਾ ਪਾਠ ਵੀ ਕਰਦੀ ਰਹੀ ਹਾਂ, ਹੋਰ ਵੀ ਪੂਜਾ ਪਾਠ ਸਾਰਿਆਂ ਦੇ ਵਿੱਚ ਹਿੱਸਾ ਲੈਂਦੀ ਰਹੀ ਹਾਂ, ਪਰ ਫਿਰ ਵੀ ਤੈਨੂੰ ਪ੍ਰੇਤ ਜੂਨ ਪ੍ਰਾਪਤ ਹੋਈ, ਇਹਦਾ ਕਾਰਨ ਕੀ ਆ। ਫਿਰ ਉਸ ਪ੍ਰੇਤਨੀ ਨੇ ਰੁਕਣੀ ਬਾਈ ਨੂੰ ਇਹ ਦੱਸਿਆ ਸੀਗਾ ਕਿ ਦਰਅਸਲ ਗੱਲ ਇਹ ਆ ਕਿ ਮੇਰੇ ਘਰਦਿਆਂ ਨੇ ਹੈ ਨਾ ਕਹਿੰਦੀ ਇੱਕ ਕਰਜ਼ ਲੈ ਰੱਖਿਆ ਸੀਗਾ। ਇਹ ਜਿਹੜਾ ਕਰਜ਼ ਉਹਨੇ ਲੈ ਰੱਖਿਆ ਸੀਗਾ ਅਤੇ ਇਹ ਕਰਜ਼ ਜਿਹੜੇ ਸੀ ਮੇਰੇ ਘਰ ਦੇ ਮੋੜਦੇ ਨਹੀਂ ਸੀ, ਜਿਸ ਤੋਂ ਇਹ ਕਰਜ਼ਾ ਚੱਕਿਆ ਹੋਇਆ ਸੀਗਾ। ਅਤੇ ਉਹਨੂੰ ਆਨੇ ਬਹਾਨੇ ਜਿਹੜੇ ਸੀ ਉਹ ਕਰਦੇ ਰਹਿੰਦੇ ਸੀ। ਇਸ ਤਰ੍ਹਾਂ ਉਹ ਆਪਣਾ ਸਮਾਂ ਲੰਘਾਉਂਦੇ ਰਹਿੰਦੇ ਸੀ। ਅਤੇ ਕਹਿੰਦੀ ਵੀ ਮੇਰੇ ਮਨ ਵਿੱਚ ਇਹ ਸੀਗਾ ਕਿ ਕਰਜ਼ਾ ਤਾਂ ਮੇਰੇ ਘਰਦਿਆਂ ਨੇ ਲਿਆ ਹੈਗਾ ਅਤੇ ਮੈਨੂੰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਦਖਲ ਦੇਣ ਦੀ ਕੋਈ ਲੋੜ ਨਹੀਂ। ਕਹਿੰਦੀ ਇਸ ਕਰਕੇ ਕਹਿੰਦੀ ਮੈਂ ਹੈ ਨਾ ਆਪਣੀ ਜ਼ਿੰਦਗੀ ਵਿੱਚ ਚੁੱਪ ਰਹੀ ਹਾਂ। ਅਤੇ ਕਹਿੰਦੀ ਜਦੋਂ ਫਿਰ ਮੈਂ ਆਪਣੀ ਜ਼ਿੰਦਗੀ ਚੁੱਪ ਰਹੀ ਹਾਂ, ਉਸ ਤੋਂ ਬਾਅਦ ਕਹਿੰਦੀ ਫਿਰ ਜਦੋਂ ਮੈਂ ਮਰੀ ਹਾਂ ਅਤੇ ਜਦੋਂ ਮੈਂ ਧਰਮਰਾਜ ਦੀ ਕਚਹਿਰੀ ਗਈ ਹਾਂ ਅਤੇ ਧਰਮਰਾਜ ਨੇ ਮੈਨੂੰ ਆਖਿਆ ਕਿ ਤੂੰ ਜਿਸ ਘਰ 'ਚ ਰਹਿੰਦੀ ਸੀ ਤੇਰੇ ਘਰਦਿਆਂ ਨੇ ਕਰਜ਼ਾ ਲਿਆ ਸੀ ਅਤੇ ਤੂੰ ਇਸ ਤਰ੍ਹਾਂ ਜ਼ਿੰਦਗੀ ਬਸਰ ਕੀਤੀ ਵੀ ਕਰਜ਼ਾ ਤਾਂ ਘਰਦਿਆਂ ਨੇ ਲਿਆ ਹੈ, ਮੈਂ ਕਾਹਤੇ ਮੋੜਨਾ ਹੈਗਾ। ਕਹਿੰਦੀ ਤੂੰ ਇੱਕ ਵਾਰੀ ਵੀ ਆਪਣੇ ਘਰਦਿਆਂ ਨੂੰ ਨਸੀਹਤ ਨਹੀਂ ਦਿੱਤੀ ਵੀ ਇਹ ਜਿਹੜਾ ਤੁਸੀਂ ਕਰਜ਼ਾ ਲਿਆ ਹੈਗਾ ਤੁਹਾਨੂੰ ਮੋੜਨਾ ਚਾਹੀਦਾ ਹੈਗਾ। ਚਾਹੇ ਕਿਸੇ ਵੀ ਤਰੀਕੇ ਨਾਲ ਮੋੜੋ, ਚਾਹੇ ਹੌਲੀ ਹੌਲੀ ਕਰਕੇ ਮੋੜੋ, ਚਾਹੇ ਔਖੇ ਸੌਖੇ ਹੋ ਕੇ ਮੋੜੋ, ਪਰ ਇਸ ਕਰਜ਼ੇ ਤੋਂ, ਇਸ ਰਿਣ ਤੋਂ ਤੁਹਾਡੀ ਜਿਹੜੀ ਉਹ ਬੰਦ ਖਲਾਸੀ ਹੋਣੀ ਚਾਹੀਦੀ ਆ। ਅਤੇ ਧਰਮਰਾਜ ਨੇ ਆਖਿਆ ਸੀਗਾ ਕਿ ਤੂੰ ਧਾਰਮਿਕ ਬਿਰਤੀ ਰੱਖਣ ਦੇ ਬਾਵਜੂਦ ਵੀ ਕਦੀ ਵੀ ਇਸ ਕਰਜ਼ੇ ਦੇ ਸੰਬੰਧੀ ਘਰਦਿਆਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਸ ਕਰਕੇ ਕਹਿੰਦੇ ਵੀ ਤੂੰ ਸਭ ਤੋਂ ਵੱਡੀ ਦੋਸ਼ੀ ਆ ਅਤੇ ਜਿਹੜਾ ਤੂੰ ਆਪਣੇ ਘਰਦਿਆਂ ਦਾ ਕਰਜ਼ਾ ਨਾ ਦੇਣ ਦੀ ਸੂਰਤ ਦੇ ਵਿੱਚ ਮਾਰਗ ਦਰਸ਼ਨ ਕੀਤਾ, ਤੈਨੂੰ ਮਾਰਗ ਦਰਸ਼ਨ ਕਰਨਾ ਚਾਹੀਦਾ ਸੀਗਾ। ਅਤੇ ਦੂਸਰੀ ਗੱਲ ਕਹਿੰਦੀ ਵੀ ਧਰਮਰਾਜ ਮੈਨੂੰ ਆਖੀ ਸੀਗੀ ਵੀ ਤੂੰ ਚਾਹੇ ਆਪਣੀ ਜ਼ਿੰਦਗੀ ਵਿੱਚ ਧਰਮ ਦੇ ਸਾਰੇ ਕੰਮ ਕਾਂਡ ਕੀਤੇ ਆ, ਗੰਗਾ ਘਾਟ ਦੇ ਵਿੱਚ ਜਾ ਕੇ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਉੱਥੇ ਬੈਠ ਕੇ ਗਵਿਤਰੀ ਦਾ ਮੰਤਰ ਕਰਦੀ ਰਹੀ ਆ ਅਤੇ ਹੋਰ ਸਾਧਨਾ ਵੀ ਧਰਮ ਦੀਆਂ ਕਰਦੀ ਰਹੀ ਆ, ਪਰ ਤੂੰ ਜ਼ਿੰਦਗੀ ਦੇ ਵਿੱਚ ਕਿਸੇ ਦੀ ਕਦੇ ਸਹਾਇਤਾ ਨਹੀਂ ਕੀਤੀ। ਫਿਰ ਕਹਿੰਦੀ ਉਸ ਪ੍ਰੇਤਨੀ ਨੇ ਮੈਨੂੰ ਇਹ ਦੱਸਿਆ ਸੀਗਾ ਕਿ ਤੂੰ ਘਰ ਦੇ ਵਿੱਚ ਕਿਉਂ ਥੋੜ੍ਹੀ ਤੇਰੀ ਆਰਥਿਕ ਹਾਲਤ ਚੰਗੀ ਸੀ, ਇਸ ਕਰਕੇ ਤੂੰ ਦਿਨ ਦੇ ਵਿੱਚ 3-3 ਸਾੜੀਆਂ ਬਦਲਦੀ ਰਹਿੰਦੀ ਸੀਗੀ, ਪਰ 3-3 ਸਾੜੀਆਂ ਬਦਲਣ ਦੇ ਬਾਵਜੂਦ ਵੀ ਤੇਰੇ ਗਵਾਂਢਣ ਜਿਹੜੀ ਗਰੀਬ ਸੀ ਉਹਨੇ ਕਈ ਵਾਰੀ ਤੇਰੇ ਪਾਸ ਆ ਕੇ ਤਰਲੇ ਕੀਤੇ ਆ ਕਿ ਤੂੰ ਮੇਰੀ ਥੋੜ੍ਹੀ ਬਹੁਤੀ ਮਦਦ ਕਰ ਦੇ, ਪਰ ਕਹਿੰਦੀ ਵੀ ਤੂੰ ਇੱਕ ਵੀ ਪੈਸਾ ਜਿਹੜਾ ਸੀਗਾ ਆਪਣੀ ਗਵਾਂਢਣ ਦੀ ਕਦੀ ਦਿਲੀ ਸਹਾਇਤਾ ਨਹੀਂ ਕੀਤੀ, ਸਗੋਂ ਕਿ ਤੂੰ ਆਪਣੇ ਜੀਵਨ ਦੇ ਵਿੱਚ ਆਪ ਹੀ ਜਿਹੜੇ ਆ ਆਪਣੇ ਪੈਸਿਆਂ ਨਾਲ ਸੁੱਖ ਮਾਣੇ ਆ। ਕਿਸੇ ਦੇ ਪ੍ਰਤੀ ਕਹਿੰਦੀ ਵੀ ਤੈਨੂੰ ਦਰਦ ਤੱਕ ਨਹੀਂ ਆਇਆ ਕਿ ਮੈਨੂੰ ਕਿਸੇ ਗਰੀਬ ਗੁਰਬੇ ਦੀ ਸਹਾਇਤਾ ਕਰਨੀ ਚਾਹੀਦੀ ਆ, ਇਸ ਕਰਕੇ ਤੂੰ ਧਰਮ ਦਾ ਕਾਰਜ ਕਰਨ ਦੇ ਵਿੱਚ ਦੋਸ਼ੀ ਹੈਗੇ। ਅਤੇ ਇੱਦਾਂ ਕਹਿੰਦੇ ਗੱਲਾਂ ਕਰਕੇ ਫਿਰ ਧਰਮਰਾਜ ਨੇ ਆਖਿਆ ਸੀਗਾ ਕਿ ਤੂੰ ਭਾਵੇਂ ਧਾਰਮਿਕ ਬਿਰਤੀ ਵਿੱਚ ਇਹ ਸਾਰੀ ਜ਼ਿੰਦਗੀ ਲੰਘਾਈ ਹੈਗੀ ਆ, ਪਰ ਤੂੰ ਅਸਲ ਦੇ ਵਿੱਚ ਧਰਮ ਨੂੰ ਸਮਝ ਨਹੀਂ ਸਕੀ। ਇਸ ਕਰਕੇ ਕਰਜ਼ਾ ਨਾ ਦੇਣ ਦੀ ਸਲਾਹ
ਔਰ ਕਿਸੇ ਦੀ ਸਹਾਇਤਾ ਨਾ ਕਰਨ ਦੀ ਵਜ੍ਹਾ ਕਰਕੇ ਤੈਨੂੰ ਹੈ ਨਾ ਪ੍ਰੇਤ ਜੋਨੀ ਵਿੱਚ ਮਿਲਾ ਦਿੱਤਾ ਜਾਊਗਾ। ਉਸ ਤੋਂ ਬਾਅਦ ਕਹਿੰਦੀ ਫਿਰ ਜਿਹੜੀ ਸੀ ਮੈਨੂੰ ਹੈ ਨਾ ਇਹ ਪ੍ਰੇਤ ਜੋਨੀ ਪ੍ਰਾਪਤ ਹੋਈ ਆ। ਜਦ ਫਿਰ ਇੰਨੀ ਗੱਲ ਹੋਈ ਸੀ ਤਾਂ ਫਿਰ ਰੁਕਣੀ ਬਾਈ ਜਿਹੜੀ ਸੀਗੀ ਉਹ ਕਹਿਣ ਲੱਗੀ ਬਈ ਫਿਰ ਤੂੰ ਹੁਣ ਮੈਨੂੰ ਇਹ ਦੱਸ ਕਿ ਮੈਂ ਤੇਰੀ ਕੀ ਮਦਦ ਕਰ ਸਕਦੀ ਹਾਂ। ਉਹ ਕਹਿਣ ਲੱਗੀ ਕਿ ਤੂੰ ਮੇਰੀ ਇਹ ਮਦਦ ਕਰ ਸਕਦੀ ਆ ਕਿ ਤੂੰ ਮੇਰੇ ਪ੍ਰਤੀ ਕੋਈ ਧਰਮ ਦਾ ਕਾਰਜ ਕਰਾ, ਜਿਸ ਕਾਰਜ ਦੇ ਕਰਨ ਕਰਕੇ ਜਿਹੜੀ ਮੇਰੀ ਮੁਕਤੀ ਹੋ ਜਾਵੇ ਅਤੇ ਮੇਰੀ ਗਤੀ ਹੋ ਜਾਵੇ, ਮੇਰੀ ਸਦਗਤੀ ਹੋ ਜਾਵੇ। ਫਿਰ ਰੁਕਣੀ ਬਾਈ ਨੂੰ ਉਸ ਪ੍ਰੇਤ ਨੇ ਇਹ ਵੀ ਦੱਸਿਆ ਸੀਗਾ ਕਿ ਇਸ ਘਰ ਦੇ ਬਾਹਰ ਇੱਕ ਜਿਹੜਾ ਦਰੱਖਤ ਹੈਗਾ, ਇਸ ਦਰੱਖਤ ਦੇ ਉੱਤੇ ਉਹ ਕਹਿੰਦੀ ਸੀਗੀ ਮੇਰੇ ਨਾਲ ਹੋਰ ਜਿਹੜੇ ਸੀ ਉਹ 7 ਪ੍ਰੇਤ ਰਹਿੰਦੇ ਆ ਅਤੇ ਅਸੀਂ ਇਸ 7 ਪ੍ਰੇਤ ਜਿਹੜੇ ਇਸ ਦਰੱਖਤ ਦੇ ਉੱਤੇ ਆਪਣਾ ਜਿਹੜਾ ਟਿਕਾਣਾ ਬਣਾ ਕੇ ਰੱਖਿਆ ਹੋਇਆ ਹੈਗਾ। ਤਾਂ ਫਿਰ ਜਦ ਉਹਨੇ ਸਾਰੀ ਜਿਹੜੀ ਗੱਲ ਸੀਗੀ ਇਹ ਸਾਰੀ ਰੁਕਣੀ ਬਾਈ ਨਾਲ ਸਾਂਝੀ ਕੀਤੀ ਸੀ। ਫਿਰ ਰੁਕਣੀ ਬਾਈ ਕਹਿਣ ਲੱਗੀ ਚਲੋ ਠੀਕ ਹੈਗੀ ਕਿ ਮੈਂ ਆਪਣੇ ਜਿਹੜੇ ਆਸ਼ਰਮ ਦੇ ਸਾਧੂ ਸੰਤ ਆ ਉਹਨਾਂ ਨਾਲ ਗੱਲਬਾਤ ਕਰਕੇ ਜੋ ਵੀ ਹੋ ਸਕਿਆ ਉਹ ਆਪ ਦੇ ਪ੍ਰਤੀ ਮੈਂ ਆਪਦੀ ਸਹਾਇਤਾ ਜ਼ਰੂਰ ਕਰੂੰਗੀ। ਉਸ ਤੋਂ ਬਾਅਦ ਦੱਸਦੇ ਆ ਕਿ ਫਿਰ ਰੁਕਣੀ ਬਾਈ ਨੇ ਸਾਧੂ ਸੰਤਾਂ ਦੇ ਨਾਲ ਜਿਹੜੀ ਸੀ ਸਾਰੀ ਗੱਲਬਾਤ ਕੀਤੀ। ਗੱਲਬਾਤ ਕਰਨ ਤੋਂ ਬਾਅਦ ਉਸ ਪ੍ਰੇਤਣੀ ਦੇ ਆਧਾਰ ਵਾਸਤੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਜਿਹੜਾ ਸੀਗਾ ਇੱਕ ਧਾਰਮਿਕ ਸਮਾਗਮ ਕੀਤਾ ਗਿਆ। ਉਸ ਧਾਰਮਿਕ ਸਮਾਗਮ ਦੇ ਵਿੱਚ ਜਿਹੜੇ ਸੀਗੇ ਉਹ ਸਾਰੇ ਜਿੰਨੇ ਸਾਧੂ ਸੀਗੇ ਉਹਨਾਂ ਨੇ ਸ਼ਿਕਰਤ ਕੀਤੀ ਅਤੇ ਉਸ ਤੋਂ ਬਾਅਦ ਫਿਰ 8 ਜਿਹੜੇ ਸੀਗੇ ਉਹ ਇੱਕ ਪਾਸੇ ਆਸਣ ਲਾਏ ਗਏ, ਕਿਉਂਕਿ ਉਸ ਪ੍ਰੇਤਣੀ ਸਮੇਤ 7 ਜਿਹੜੇ ਪ੍ਰੇਤ ਸੀਗੇ ਉਹਦੇ ਉੱਤੇ ਰਹਿੰਦੇ ਹੁੰਦੇ ਸੀਗੇ। ਉਸ ਤੋਂ ਬਾਅਦ ਫਿਰ ਉਹਨਾਂ ਦੀ ਧਾਰਮਿਕ ਕਿਰਿਆ ਜਿਹੜੀ ਉਹਨਾਂ ਦੇ ਧਾਰਮਿਕ ਮੁਤਾਬਕ ਰੁਕਣੀ ਬਾਈ ਦੇ ਸੀਗੇ ਉਹ ਕੀਤੀ ਗਈ। ਜਦ ਇਹ ਜਿਹੜੀ ਸਾਰੀ ਕਿਰਿਆ ਜਿਹੜੀ ਸੀਗੀ ਉਹ ਕੀਤੀ ਗਈ, ਉਸ ਤੋਂ ਬਾਅਦ ਇਹ ਭੰਡਾਰਾ ਕਰਕੇ ਫਿਰ ਜਿਹੜਾ ਭੋਜਨ ਸੀ ਇਸ ਪ੍ਰੇਤਣੀ ਦੇ ਆਧਾਰ ਦੇ ਉੱਤੇ ਫਿਰ ਜਿਹੜੇ ਸੀ ਸਾਰੇ ਸਾਧੂ ਸੰਤਾਂ ਅਤੇ ਸੰਗਤਾਂ ਨੂੰ ਜਿਹੜਾ ਸੀ ਉਹ ਛਕਾਇਆ ਗਿਆ। ਜਦ ਫਿਰ ਛਕਾਇਆ ਗਿਆ ਫਿਰ ਰੁਕਣੀ ਦੱਸਦੀ ਸੀਗੀ ਕਿ ਮੈਂ ਫਿਰ ਰਾਤ ਨੂੰ ਫਿਰ ਆਪਣੇ ਉਸੇ ਟਿਕਾਣੇ 'ਤੇ ਗਈ ਅਤੇ ਫਿਰ ਕਹਿੰਦੀ ਉਹ ਜਿਹੜੀ ਪ੍ਰੇਤਣੀ ਸੀ ਫਿਰ ਕਹਿੰਦੀ ਮੈਨੂੰ ਉਸੇ ਕਮਰੇ ਦੇ ਵਿੱਚ ਮਿਲੀ ਆ। ਪਰ ਜਿਹੜੀ ਪਹਿਲੀ ਉਹਦੀ ਸ਼ਕਲ ਕਿੰਨੀ ਡਰਾਉਣੀ ਅਤੇ ਕੰਨੇ ਘੰਗਰਾਲੇ ਵਾਲ ਸੀਗੇ, ਪਰ ਅੱਜ ਕਹਿੰਦੀ ਮੈਂ ਦੇਖਿਆ ਕਿ ਉਹ ਇੱਕ ਬਹੁਤ ਹੀ ਸੁੰਦਰ ਦੇਵੀ ਦੇ ਰੂਪ ਦੇ ਵਿੱਚ ਉਹਨੇ ਮੈਨੂੰ ਜਿਹੜੇ ਸੀਗੇ ਉਹ ਆਪਣੇ ਦਰਸ਼ਨ ਦਿੱਤੇ। ਅਤੇ ਉਸ ਤੋਂ ਬਾਅਦ ਕਹਿੰਦੀ ਉਸ ਪ੍ਰੇਤੀ ਨੇ ਮੈਨੂੰ ਦੱਸਿਆ ਹੈਗਾ ਕਿ ਹੁਣ ਮੈਂ ਜਿਹੜੀ ਉਹ ਵਿਸ਼ਨੂੰ ਧਾਮ ਜਾ ਰਹੀ ਹਾਂ। ਬਾਕੀ ਜਿਹੜੇ ਮੇਰੇ ਪ੍ਰੇਤ ਨਾਲ ਦੇ 7 ਜਣੇ ਰਹਿੰਦੇ ਸੀਗੇ ਉਹਨਾਂ ਦੀ ਤਾਂ ਸਦਗਤੀ ਹੋਈ ਆ, ਪਰ ਮੈਂ ਗੰਗਾ ਦਾ ਇਸ਼ਨਾਨ ਕਰਕੇ ਤਾਂ ਹੋਰ ਜਿੰਨੇ ਵੀ ਧਰਮ ਦੇ ਕਰਮ ਜਾਂ ਨੇਮ ਕੀਤੇ ਸੀਗੇ ਉਹਦਾ ਫਲ ਇਹ ਹੋਇਆ ਕਿ ਮੈਨੂੰ ਵਿਸ਼ਨੂੰ ਲੋਕ ਪ੍ਰਾਪਤ ਹੋ ਗਿਆ ਅਤੇ ਮੇਰੀ ਜਿਹੜੀ ਉਹ ਸਦਗਤੀ ਹੋਈ ਆ। ਤਾਂ ਫਿਰ ਰੁਕਣੀ ਬਾਈ ਨੇ ਆਖਿਆ ਸੀਗਾ ਕਿ ਤੂੰ ਕੋਈ ਸਾਨੂੰ ਸੁਨੇਹਾ ਜਿਹੜਾ ਹੈਗਾ ਦੁਨੀਆ ਨੂੰ ਦੇਣਾ ਚਾਹੁੰਦੀ ਆ। ਤਾਂ ਫਿਰ ਉਸ ਪ੍ਰੇਤਨੀ ਨੇ ਦੱਸਿਆ ਸੀਗਾ ਕਿ ਮੇਰਾ ਇਹੋ ਹੀ ਸੁਨੇਹਾ ਹੈਗਾ ਕਿ ਅਗਰ ਤੁਸੀਂ ਕਿਸੇ ਦਾ ਕਰਜ਼ ਲਿਆ ਹੈ ਨਾ ਤਾਂ ਉਹ ਜਿਹੜਾ ਕਰਜ਼ਾ ਕਹਿੰਦੇ ਵੀ ਉਹ ਤੁਹਾਨੂੰ ਜਿਹੜਾ ਹਰ ਹਾਲਤ ਦੇ ਵਿੱਚ ਵਾਪਸ ਕਰਨਾ ਚਾਹੀਦਾ ਹੈਗਾ, ਔਰ ਉਹ ਵੀ ਜਿਹੜਾ ਹੈ ਨਾ ਉਹ ਵਿਦ ਵਿਆਜ ਕਰਨਾ ਚਾਹੀਦਾ ਹੈ। ਪਰ ਅਗਰ ਕੋਈ ਆਦਮੀ ਕਰਜ਼ਾ ਨਾ ਦੇਵੇ, ਪਰ ਜਿਸ ਤੋਂ ਕਰਜ਼ਾ ਲਿਆ ਹੈਗਾ ਅਗਰ ਕਰਜ਼ਾ ਦੇਣ ਵਾਲਾ ਉਸ ਆਦਮੀ ਨੂੰ ਉਹਦਾ ਕਰਜ਼ਾ ਮਾਫ਼ ਕਰ ਦੇਵੇ ਫਿਰ ਤਾਂ ਕਹਿੰਦੇ ਉਹਦਾ ਜਿਹੜਾ ਰਿਣ ਦਾ ਹਿਸਾਬ ਹੈ ਇੱਥੇ ਹੀ ਉਹਦੀ ਜੀਂਦੇ ਜੀ ਜਿਹੜਾ ਹੈਗਾ ਉਹ ਮੁਕਤ ਹੋ ਜਾਂਦਾ ਹੈਗਾ। ਪਰ ਜਿਹੜਾ ਮਰਨ ਤੋਂ ਬਾਅਦ ਵੀ ਕਰਜ਼ਾ ਨਹੀਂ ਮੋੜਦਾ ਉਹਨੂੰ ਫਿਰ ਉਹਦੀ ਜਿਹੜੀ ਸਜ਼ਾ ਹੈਗੀ ਇਸ ਪ੍ਰੇਤ ਜੋਨੀ ਦੇ ਵਿੱਚ ਪ੍ਰਾਪਤ ਹੁੰਦੀ ਆ। ਜਿਵੇਂ ਕਹਿੰਦੀ ਮੈਨੂੰ ਜਿਹੜੀ ਇਸ ਪ੍ਰੇਤ ਜੋਨੀ ਵਿੱਚ ਸਜ਼ਾ ਪ੍ਰਾਪਤ ਹੋਈ ਆ। ਇਸ ਪ੍ਰੇਤ ਜੋਨੀ ਦੇ ਵਿੱਚ ਕਹਿੰਦੀ ਮੈਂ ਜਿਹੜੀ ਭੁੱਖੀ ਪਿਆਸੀ ਚਰਲਾਉਂਦੀ ਰਹਿੰਦੀ ਸੀਗੀ ਅਤੇ ਨਾ ਮੈਨੂੰ ਪੀਣ ਵਾਸਤੇ ਜਿਹੜਾ ਅਸੀਂ ਜਲ ਮਿਲਦਾ ਹੈਗਾ, ਨਾ ਕੋਈ ਅਸੀਂ ਪਦਾਰਥ ਖਾ ਸਕਦੇ ਹਾਂ। ਕੇਵਲ ਅਤੇ ਕੇਵਲ ਜਿਹੜੀ ਅਗਨੀ ਹੈਗੀ ਆ ਉਹਦਾ ਹੀ ਅਸੀਂ ਆਹਾਰ ਕਰਦੇ ਹਾਂ ਅਤੇ ਇਸ ਤਰ੍ਹਾਂ ਜੋ ਮੰਦੇ ਮਲੀਨ ਪਦਾਰਥ ਹੈਗੇ ਆ ਉਹੀ ਕਹਿੰਦੀ ਅਸੀਂ ਖਾ ਸਕਦੇ ਹਾਂ। ਸੋ ਇਹੋ ਜਿਹੀ ਜਿਹੜੀ ਸਜ਼ਾ ਹੈਗੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਆਪਣੀ ਜ਼ਿੰਦਗੀ ਵਿੱਚ ਕਿਸੇ ਦਾ ਦਿੱਤਾ ਹੋਇਆ ਕਰਜ਼ਾ ਵਾਪਸ ਨਹੀਂ ਕਰਦੇ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਅਗਰ ਜ਼ਿੰਦਗੀ ਦੇ ਵਿੱਚ ਕਦੇ ਵੀ ਇਨਸਾਨ ਨੂੰ ਕਿਸੇ ਦੇ ਪ੍ਰਤੀ ਜ਼ਰੂਰਤ ਦੇ ਸਮੇਂ ਜਦ ਕਰਜ਼ਾ ਲਿਆ ਹੋਵੇ ਤਾਂ ਫਿਰ ਜਿਸ ਵਿਅਕਤੀ ਤੋਂ ਕਰਜ਼ਾ ਲਿਆ ਹੋਵੇ ਉਹਦਾ ਕਰਜ਼ਾ ਜਿਹੜਾ ਉਸ ਨੂੰ ਹਰ ਹਾਲਤ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਵੀ ਹੋਵੇ ਔਖੇ ਸੌਖੇ ਹੋ ਕੇ ਉਹ ਵਾਪਸ ਕਰ ਦੇਣਾ ਚਾਹੀਦਾ, ਤਾਂ ਜੋ ਇਹੋ ਜਿਹੜਾ ਹਿਸਾਬ ਹੈਗਾ ਦੁਨਿਆਵੀ ਇਹ ਪੈਸੇ ਦਾ ਇਹ ਇੱਥੇ ਹੀ ਨਿਬੜ ਜਾਵੇ ਅਤੇ ਅੱਗੇ ਦਰਗਾਹ ਦੇ ਵਿੱਚ ਫਿਰ ਉਸ ਜੀਵ ਦੀ ਜਿਹੜੀ ਜੋ ਬੰਦ ਖਲਾਸੀ ਸਹਿਜ ਦੇ ਨਾਲ ਹੋ ਸਕੇ। ਸੋ ਦੱਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾ। ਸੋ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।